जीवन की छठ आस, 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 जीवन की छठ आस। पहला मरण कबूल, पहला मरण कबूल, जीवन की छठ आस, जीवन की छठ आस, जीवन की छठ आस, जीवन की छठ आस, जीवन की छठ आस। पहला मरण कबूल, पहला मरण कबूल, पहला मरण कबूल, पहला मरण कबूल, जीवन
ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ ਸਾਧ ਸੰਗਤ ਜੀ। ਅੱਜ ਪਹਿਲਾ ਸਾਵਣ ਦਾ ਦਿਨ ਹੈ, ਪਹਿਲੀ ਤਾਰੀਖ ਹੈ ਦੇਸੀ। ਇਸੇ ਹੀ ਪਹਿਲੇ ਤਾਰੀਖ ਪਹਿਲੇ ਸਾਵਣ ਸੰਗਰਾਂਦ ਵਾਲੇ ਦਿਨ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋਈ ਸੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਉਹ ਦਿਨ ਹੈ ਸਾਧ ਸੰਗਤ, ਜਿਸ ਦਿਨ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਬੜਾ ਮਹਾਨ ਦਿਨ ਹੈ ਸਿੱਖ ਜਗਤ ਦੇ ਵਿੱਚ, ਸਿੱਖ ਪੰਥ ਦੇ ਵਿੱਚ ਬੜਾ ਸ਼ਹਾਦਤ ਭਰਿਆ, ਅਰੋਹ ਭਰਿਆ ਦਿਨ ਹੈ ਇਹ। ਤੋ ਸਾਵਣ ਦੇ ਮਹੀਨੇ ਆਰੰਭ ਹੋਏ ਹਨ। ਅੱਜ ਸਾਵਣ ਸਰਸੀ ਕਾਮਣੀ। ਕਾਮਣੀ ਦਾ ਮਤਲਬ ਹੈ ਜੀਵ ਰੂਪੀ ਇਸਤਰੀ, ਉਹਨੂੰ ਕਾਮਣੀ ਆਖਿਆ ਗਿਆ। ਹਰ ਇੱਕ ਦੇ ਅੰਦਰ ਹੈ ਜੀਵ ਰੂਪੀ ਇਸਤਰੀ, ਜੀਵ। ਤੋ ਸਤਿਗੁਰੂ ਜੀ ਕਹਿੰਦੇ ਨੇ ਸਾਵਣ ਸਰਸੀ ਕਾਮਣੀ। ਇਸ ਸਾਵਣ ਦੇ ਮਹੀਨੇ ਦੇ ਵਿੱਚ ਸਰਸੀ ਉਹ ਰਸ ਗਈ ਉਸ ਮਾਲਕ ਦੇ ਨਾਮ ਦੇ ਵਿੱਚ, ਉਸ ਦੇ ਰੰਗ ਦੇ ਵਿੱਚ। ਕੌਣ? ਚਰਨ ਕਮਲ ਸਿਉ ਪਿਆਰ। ਜਿੰਦਾ ਉਸ ਵਾਹਿਗੁਰੂ ਦੇ ਚਰਨਾਂ ਨਾਲ ਮਨ ਕਰਕੇ ਪਿਆਰ ਜੁੜ ਜਾਂਦਾ ਹੈ, ਮਨ ਕਰਕੇ ਪਿਆਰ ਲੱਗ ਜਾਂਦਾ ਹੈ ਗੁਰੂ ਚਰਨਾਂ ਵਿੱਚ, ਉਹ ਜੀਵ ਰੂਪੀ ਇਸਤਰੀ ਉਸ ਮਾਲਕ ਦੇ ਨਾਮ ਦੇ ਵਿੱਚ ਰਸੀ ਜਾਂਦੀ ਹੈ। ਸਤਿਗੁਰੂ ਜੀ ਇਸ ਸ਼ਬਦ ਵਿੱਚ ਵਰਣਨ ਕਰਦੇ ਹਨ ਅੱਜ ਮਹੀਨੇ ਦੀ ਪਹਿਲੀ ਤੁਕ ਦੇ ਵਿੱਚ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਰੰਗ। ਮਨ ਨੂੰ ਵੀ ਸੱਚਾ ਰੰਗ ਚੜ ਗਿਆ ਤੇ ਤਨ ਨੂੰ ਵੀ ਸੱਚਾ ਰੰਗ ਚੜ ਗਿਆ। ਤਨ ਨੂੰ ਸੱਚਾ ਰੰਗ ਸਾਧ ਸੰਗਤ ਪਤਾ ਕਦੋਂ ਚੜਦਾ? ਜਦੋਂ ਹਰ ਰੋਮ ਦੇ ਵਿੱਚੋਂ, ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਨ ਹੈ। ਜਦੋਂ ਗੁਰਮੁਖ ਦੇ ਰੋਮ ਰੋਮ ਦੇ ਵਿੱਚੋਂ ਉਸ ਵਾਹਿਗੁਰੂ ਦੇ ਸਿਮਰਨ ਦੀ ਆਵਾਜ਼ ਆਉਣ ਲੱਗ ਜੇ ਨਾ, ਇਹ ਅਵਸਥਾ ਹੈ, ਆਉਣ ਲੱਗ ਜਾਂਦੀ। ਉਦੋਂ ਫਿਰ ਤਨ ਜਿਹੜਾ ਸਰੀਰ ਹੈ ਉਹ ਮਾਲਕ ਦੇ ਰੰਗ ਵਿੱਚ ਉਸ ਵੇਲੇ ਰਤਿਆ ਜਾਂਦਾ। ਨਹੀਂ ਤੇ ਮਲ ਮੂਤਰ ਦੀ ਦੇਹ ਹੈ, ਨਹੀਂ ਤੇ ਮਿੱਟੀ ਹੈ, ਦੇਹੀ ਹੈ, ਹਰ ਇੱਕ ਦੀ ਦੇਹੀ ਹੈ, ਸਰੀਰ ਹੈ। ਪਰ ਉਹ ਤਨ ਰੰਗ ਦੇ ਵਿੱਚ ਉਸ ਵੇਲੇ ਰਤਿਆ ਜਾਂਦਾ ਹੈ ਜਦੋਂ ਹਰ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਰੋਮ ਹਰ ਇੱਕ ਸਰੀਰ ਦੇ 7.5 ਕਰੋੜ ਰੋਮ ਹੈ ਸਾਧ ਸੰਗਤ। 7.5 ਕਰੋੜ ਹਰ ਸਰੀਰ ਦੇ ਵਿੱਚ ਰੋਮ ਹੈ। ਤੇ ਜਦੋਂ ਗੁਰਮੁਖ ਇੱਕ ਵਾਰ ਵਾਹਿਗੁਰੂ ਨਾਲ ਜੋੜ ਕੇ ਵਾਹਿਗੁਰੂ ਕਹਿੰਦਾ ਹੈ ਤੇ ਇਸੇ ਲਈ ਗੁਰਮੁਖ ਦਾ ਜਪਿਆ ਹੋਇਆ ਮਹਾਨ ਗਿਣਿਆ ਜਾਂਦਾ ਹੈ। ਅਸੀਂ ਵਾਹਿਗੁਰੂ ਕਿਹਾ ਜਿਹੋ ਜਿਹਾ ਨਾਮ ਕਿਹਾ, ਕਈ ਵਾਰ ਐਸਾ ਵੀ ਹੈ ਵਾਹਿਗੁਰੂ ਕਹਿੰਦੇ ਆ ਸਾਡਾ ਇੱਕ ਵਾਰ ਪ੍ਰਵਾਨ ਹੁੰਦਾ ਹੈ, ਤੇ ਜਦੋਂ ਗੁਰਮੁਖ ਵਾਹਿਗੁਰੂ ਆਖਦਾ ਹੈ ਉਹਦਾ 7.5 ਕਰੋੜ ਵਾਰ ਪ੍ਰਵਾਨ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਉਸ ਜੀਵ ਰੂਪੀ ਇਸਤਰੀ ਦਾ ਮਨ ਵੀ ਤੇ ਤਨ ਵੀ ਉਸ ਮਾਲਕ ਦੇ ਰੰਗ ਵਿੱਚ ਰਤਿਆ ਜਾਂਦਾ ਹੈ। ਕਿਉਂ? ਉਹਦਾ ਇੱਕ ਨਾਮ ਹੀ ਆਧਾਰ ਹੋ ਗਿਆ, ਨਾਮ ਹੀ ਆਧਾਰ ਹੋ ਗਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਵਾਰ-ਵਾਰ ਭੁੱਖ ਲੱਗਦੀ ਸੀ, ਮੰਗਦੇ ਸਨ ਖਾਣ ਵਾਸਤੇ, ਪਰ ਗੁਰੂ ਨਾਨਕ ਮਹਾਰਾਜ ਦਾ ਕਿਤੇ ਜ਼ਿਕਰ ਨਹੀਂ ਆਉਂਦਾ।
ਕਿ ਉਹਨਾਂ ਨੇ ਭੋਜਨ ਛਕਿਆ ਹੈ। ਮਰਦਾਨਿਆਂ ਭੁੱਖ ਲੱਗੀ, ਐਸਾ ਕਿਤੇ ਨਹੀਂ ਜ਼ਿਕਰ ਆਉਂਦਾ। ਉਹਨਾਂ ਨੂੰ ਜਦੋਂ ਭੁੱਖ ਲੱਗਦੀ ਸੀ ਤੇ ਇੱਕੋ ਹੀ ਗੱਲ ਕਹਿੰਦੇ ਸਨ, ਮਰਦਾਨਿਆਂ ਹੁਣ ਕੀਰਤਨ ਕਰ, ਭੁੱਖ ਮਿਟਾ ਸਾਡੀ। ਉਹਨਾਂ ਨੂੰ ਕੀਰਤਨ ਦੀ ਭੁੱਖ ਲੱਗਦੀ ਸੀ। ਇਹਨੂੰ ਕਹਿੰਦੇ ਨੇ ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾਵਿਆ। ਜਿਹੜਿਆਂ ਮਾਇਆ ਦੇ ਰੰਗ ਹਨ, ਜਿਨ੍ਹਾਂ ਦੇ ਵਿੱਚ ਅਸੀਂ ਖਚਤ ਰਹਿੰਦੇ ਹਾਂ, ਮਾਇਆ ਦੇ ਰੰਗ ਦੇ ਵਿੱਚ ਅਸੀਂ ਅੱਠੋਂ ਪੈਰ ਖਚਤ ਰਹਿੰਦੇ ਹਾਂ। ਕੋਈ ਵੀ ਹੈ ਗੁਰਮੁਖ ਨੂੰ ਛੱਡ ਕੇ, ਤੋ ਆਮ ਬੰਦਾ ਮਾਇਆ ਦੇ ਰੰਗ ਵਿੱਚ ਹੀ ਖਚਤ ਰਹਿੰਦਾ ਹੈ ਦਿਨ ਰਾਤ। ਤੋ ਮਹਾਰਾਜ ਕਹਿੰਦੇ ਨੇ ਵਿਖਿਆ ਰੰਗ ਕੁੜਾਵਿਆ, ਦਿਸਨ ਸਭੈ ਸ਼ਾਰ। ਉਹ ਸਾਰੇ ਸੰਸਾਰ ਨੂੰ ਸਵਾ ਤਰ੍ਹਾਂ ਦੇਖਦਾ ਹੈ, ਤੇ ਜਿੰਨੇ ਵੀ ਮਾਇਆ ਦੇ ਰੰਗ ਨੇ ਉਹਨਾਂ ਨੂੰ ਵਿਖ ਦੀ ਨਿਆਈ ਤੱਕਦਾ ਹੈ। ਗੁਰਮੁਖ ਜਿਹੜਾ ਚਰਨਾਂ ਨਾਲ ਜੁੜ ਜਾਂਦਾ ਹੈ, ਜਿਹੜੀ ਆਤਮਾ ਰੂਪੀ ਜੀਵ ਰੂਪੀ ਇਸਤਰੀ ਉਸ ਮਾਲਕ ਦੇ ਰੰਗ ਦੇ ਵਿੱਚ ਮਨ ਕਰਕੇ ਤੇ ਤਨ ਕਰਕੇ ਰਤੀ ਹੈ। ਐਸਾ ਜੀਵਨ ਹੀ ਭਾਈ ਤਾਰੂ ਸਿੰਘ ਦਾ। ਭਾਈ ਤਾਰੂ ਸਿੰਘ ਜੀ ਸ਼ਹੀਦੀ ਦੇ ਟਾਈਮ ਉਮਰ ਉਹਨਾਂ ਦੀ ਸਾਧ ਸੰਗਤ 25 ਵਰਿਆਂ ਦੀ ਸੀ। 25 ਸਾਲ ਦਾ ਗੱਭਰੂ ਜਵਾਨ, ਔਰ ਕੱਲਾ ਹੀ ਮਾਂ ਦਾ ਪੁੱਤ ਸੀ। ਇਹ ਕੱਲਾ ਹੀ ਮਾਂ ਦਾ ਪੁੱਤ ਸੀ। ਇੱਕ ਇਹਨਾਂ ਦੀ ਭੈਣ ਸੀ, ਇਹ ਕੱਲੇ ਹੀ ਭਰਾ ਸੀ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਬੜੇ ਖੁੱਲੇ ਸੁਭਾਅ ਦੇ, ਮਿਲਾਪੜੇ ਸੁਭਾਅ ਦੇ। ਸਾਰਾ ਇਲਾਕਾ ਇਹਨਾਂ ਦਾ ਸਤਿਕਾਰ ਕਰਦਾ ਸੀ। ਪਰ ਇਹਨਾਂ ਦੇ ਘਰ ਅੰਦਰ ਸਾਧ ਸੰਗਤ ਜੀ ਲੰਗਰ ਚੱਲਦਾ ਰਹਿੰਦਾ ਸੀ। ਧਿਆਨ ਦੇਣਾ, ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਜਿਹੜੀ ਮਾਂ ਸੀ, ਉਹ ਅੱਠੋਂ ਪਹਿਰ ਚੁੱਲ੍ਹੇ ਦੇ ਅੱਗੇ ਹੀ ਬੈਠੀ ਰਹਿੰਦੀ ਸੀ। ਸਾਧ ਸੰਗਤ, ਮਾਂ ਵੀ ਤੇ ਭੈਣ ਵੀ। ਤੇ ਆਂਡਣਾ ਗੁਆਂਢਣਾ ਨੇ ਵੀ ਆ ਜਾਣਾ। ਆਂਡਣਾ ਗੁਆਂਢਣਾ ਨੇ ਵੀ ਪ੍ਰਸ਼ਾਦਾ ਪਕਾਉਣ ਵਾਸਤੇ ਆ ਜਾਣਾ। ਲੰਗਰ ਚੱਲਦਾ ਰਹਿੰਦਾ। ਆਇਆ ਗਿਆ ਮੁਸਾਫਰ ਵੀ। ਭਾਈ ਤਾਰੂ ਸਿੰਘ ਦਾ ਪੂਲਾ ਪਿੰਡ ਸੀ। ਸਾਧ ਸੰਗਤ ਜੀ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਪਿੰਡ ਹੈ। ਭਾਈ ਸਾਹਿਬ ਅੱਜ ਵੀ ਭਾਈ ਸਾਹਿਬ ਸੀ ਯਾਦਗਾਰ ਉੱਥੇ ਬਣੀ ਹੋਈ ਹੈ, ਗੁਰੂ ਘਰ ਬਣਿਆ ਹੋਇਆ ਹੈ, ਜਿੱਥੇ ਉਹਨਾਂ ਦਾ ਜਨਮ ਹੋਇਆ। ਲੰਗਰ ਚੱਲਦਾ, ਕੋਈ ਵੀ ਆਵੇ ਛਕੇ ਭਾਈ ਸਾਹਿਬ ਦੇ ਘਰੋਂ, ਬੜੇ ਪ੍ਰਸੰਨ। ਆਪ ਅੱਗ ਸੇਕਦੇ ਰਹਿਣ ਸਿਆਲਾਂ ਵਿੱਚ, ਪਰ ਜੇ ਕੋਈ ਖੇਸ ਲਿਆਣਾ ਮਾਣੇ ਬਾਜ਼ਾਰੋਂ, ਹੱਟੀ ਤੋਂ ਖੇਸ ਲੈ ਕੇ ਆਣਾ ਵੀ ਸਿਆਲ ਆ ਗਏ ਨੇ, ਕੋਈ ਰਜ਼ਾਈ ਬਣਾ ਲੈਣੀ। ਤੇ ਭਾਈ ਤਾਰੂ ਸਿੰਘ ਨੇ ਪਤਾ ਕੀ ਕਹਿਣਾ ਸਾਧ ਸੰਗਤ? ਭਾਈ ਤਾਰੂ ਸਿੰਘ ਨੇ ਕਹਿਣਾ, ਮਾਂ ਆਪਾਂ ਅੱਗ ਸੇਕ ਕੇ ਜ਼ਿੰਦਗੀ ਕੱਟਾਂਗੇ, ਆਪਾਂ ਅੱਗ ਸੇਕ ਕੇ ਸਿਆਲ ਕੱਟਾਂਗੇ। ਇਹ ਜਿਹੜੀਆਂ ਘਰ ਅੰਦਰ ਰਜਾਈਆਂ ਤੇ ਖੇਸ ਹਨ, ਇਹ ਉਹਨਾਂ ਸਿੰਘਾਂ ਨੂੰ ਦੇ ਕੇ ਆਓ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਨੇ। ਪਿਆਰ ਨਾਲ ਆਖੋ ਸਤਿਨਾਮ। ਤੋ ਜਿੰਨਾ ਵੀ ਕੱਪੜਾ ਲੀੜਾ ਕਰਦਾ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਗੱਠ ਬੰਨ ਕੇ ਸਿੰਘਾਂ ਨੂੰ ਜੰਗਲ ਵਿੱਚ ਦੇ ਕੇ ਆਇਆ ਕਰਦੇ ਸੀ। ਕਿਉਂ? ਉਹ ਜੰਗਲ ਵਿੱਚ ਮੀਂਹ ਹਨੇਰੀ ਉੱਥੇ ਹੀ ਰਹਿੰਦੇ ਸਨ। ਸਾਧ ਸੰਗਤ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ, ਅਸਲ ਆਜ਼ਾਦੀ ਦੇ ਲੜਾਕੂ ਉਹ ਸਨ। ਜਿਨ੍ਹਾਂ ਨੇ ਸਾਨੂੰ ਸੁਖ ਬਖਸ਼ਿਆ, ਜਿਨ੍ਹਾਂ ਨੇ ਸਾਨੂੰ ਆਰਾਮ ਦੀ ਜ਼ਿੰਦਗੀ ਦਿੱਤੀ, ਉਹ ਲੜਾਕੂ ਜੁਝਾਰੂ ਸਿੰਘ ਸਨ। ਜਿਨ੍ਹਾਂ ਦੇ ਵਾਸਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਅਤੇ ਲੋੜਵੰਦ ਕੱਪੜਾ ਲੈ ਕੇ ਜਾਇਆ ਕਰਦੇ ਸਨ। ਹੌਲੀ ਹੌਲੀ ਤਵੇ ਤੋਂ ਲੋਹ ਬਣ ਗਈ। ਲੋਹ ਤੋਂ ਕਈ ਲੋਹਾਂ ਘਰ ਵਿੱਚ ਆ ਗਈਆਂ, ਕਈ ਲੋਹਾਂ, ਕਿਉਂਕਿ ਅੱਠੋਂ ਪਹਿਰ ਪ੍ਰਸ਼ਾਦਾ ਪੱਕਦਾ ਹੈ। ਜਿੰਨੀ ਕਣਕ ਘਰ ਵਿੱਚ ਹੋਣੀ,
ਬਾਜਰਾ ਹੋਣਾ, ਛੋਲੇ ਹੋਣੇ, ਮੱਕੀ ਹੋਣੀ, ਘਰ ਦੇ ਜ਼ਿਮੀਂਦਾਰ ਸਨ। ਸਾਰੀ ਪੀ ਪੀ ਕੇ ਚੱਕੀ ਦੇ ਨਾਲ ਸਾਧ ਸੰਗਤ ਪਕਾ ਪਕਾ ਕੇ ਆਏਗੇ ਮੁਸਾਫਰ ਨੂੰ ਖਵਾਣੀ। ਫਿਰ ਰਾਤ ਨੂੰ ਪੰਡ ਬੰਨ ਕੇ ਜੰਗਲ ਵਿੱਚ ਲੈ ਜਾਣੀ, ਜਿੱਥੇ ਸਿੰਘ ਹੋਣੇ, ਆਵਾਜ਼ ਦੇਣੀ ਸਿੰਘਾਂ ਨੂੰ ਰਾਤ ਨੂੰ। ਨਾਲ ਭਾਈ ਸਾਹਿਬ ਦੀ ਭੈਣ ਹੋਣੀ ਤੇ ਨਾਲ ਭਾਈ ਸਾਹਿਬ ਨੇ ਆਪ ਹੋਣਾ। ਭੈਣ ਨੇ ਵਲਟੋਆ ਦਾਲ ਦਾ ਚੁੱਕਿਆ ਹੋਣਾ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਪ੍ਰਸ਼ਾਦਿਆਂ ਦੀ ਗੱਠ ਚੁੱਕੀ ਹੋਣੀ। ਤੇ ਜੰਗਲ ਦੇ ਵਿੱਚ ਜਾ ਕੇ ਆਵਾਜ਼ ਮਾਰਨੀ, ਸਿੰਘੋ ਹੈ ਕੋਈ? ਤੇ ਅੱਗੋਂ ਆਵਾਜ਼ ਆਣੀ ਤੇ ਫਿਰ ਭਾਈ ਸਾਹਿਬ ਨੇ ਉਹਨਾਂ ਨੂੰ ਹਨੇਰੇ ਦੇ ਵਿੱਚ ਜਾ ਕੇ ਜੰਗਲ ਵਿੱਚ ਰਹਿੰਦੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਆਇਆ ਕਰਦੇ ਸਨ। ਇਹ ਕਸੂਰ ਸੀ ਭਾਈ ਸਾਹਿਬ ਦਾ। ਆ ਕਸੂਰ ਸੀ ਸਾਧ ਸੰਗਤ, ਜਿਸ ਕਸੂਰ ਨੂੰ ਅੱਗੇ ਰੱਖ ਕੇ ਜ਼ਕਰੀਆ ਖਾਨ ਨੇ ਭਾਈ ਸਾਹਿਬ ਦੀ ਸ਼ਹੀਦੀ ਕਰਵਾਈ ਸੀ। ਔਰ ਇਹ ਸਾਰਾ ਜ਼ਿਕਰ ਜਿਹੜਾ ਹੈ ਸ਼ਹੀਦੀ ਦਾ, ਉਹ ਆਪਾਂ ਐਤਵਾਰ ਨੂੰ ਦੀਵਾਨਾਂ ਵਿੱਚ ਕਰਾਂਗੇ, ਬੜੇ ਖੁੱਲੇ ਢੰਗ ਦੇ ਨਾਲ, ਜਿਵੇਂ ਭਾਈ ਸਾਹਿਬ ਦਾ ਜੀਵਨ ਬੀਤਿਆ ਹੈ। ਅੱਜ ਆਪਾਂ ਇਸ਼ਾਰੇ ਮਾਤਰ ਹੀ ਉਹਨਾਂ ਦੇ ਜੀਵਨ ਦਾ ਰਸ ਮਾਣਨਾ ਹੈ, ਕਿਉਂਕਿ ਹੁਣ ਉਹਨਾਂ ਵਕਤ ਨਹੀਂ ਕਿ ਭਾਈ ਸਾਹਿਬ ਦਾ ਜੀਵਨ ਵਿਸ਼ਾਲ ਆਨੰਦਮਈ ਤਰੀਕੇ ਨਾਲ ਸੁਣਾਇਆ ਜਾਏ। ਐਤਵਾਰ ਨੂੰ ਆਪਾਂ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਮਿਹਰ ਦਾ ਸਦਕਾ। ਤੂੰ ਸਾਧ ਸੰਗਤ ਜੀ ਇਸ ਕਸੂਰ ਨੂੰ ਲੈ ਕੇ ਜ਼ਕਰੀਆ ਖਾਨ ਦੇ ਕੋਲ ਹਰਦਾਸ ਨਿਰੰਜਣੀਆਂ ਹੋਇਆ ਹੈ, ਜਿਨਨੇ ਜਾ ਕੇ ਖਬਰ ਪਹੁੰਚਾਈ ਸੀ ਵੀ ਇੱਕ ਤਾਰੂ ਸਿੰਘ ਹੈ ਪੂਲੇ ਪਿੰਡ ਦੇ ਵਿੱਚ, ਉਹ ਆਹ ਕੰਮ ਕਰਦਾ ਹੈ ਜੀ। ਤੁਸੀਂ ਕਹਿੰਦੇ ਹੋ ਕਿ ਸਾਰੇ ਸਿੰਘ ਮੁਕਾ ਦਿੱਤੇ ਨੇ। ਇਹ ਹਰੀਦਾਸ ਨਿਰੰਜਣੀਆਂ ਜ਼ਕਰੀਆ ਖਾਨ ਨੂੰ ਇਹ ਗੱਲ ਕਹਿੰਦਾ ਹੈ। ਕਹਿਣ ਲੱਗੇ ਉਹ ਤਾਂ ਰੋਜ਼ ਹੀ ਪ੍ਰਸ਼ਾਦੇ ਪਕਾ ਕੇ ਲਿਜਾਂਦਾ ਹੈ, ਰੋਜ਼ ਹੀ ਜੰਗਲ ਵਿੱਚ ਖਵਾਉਂਦਾ ਹੈ ਜਾ ਕੇ। ਫਿਰ ਭਾਈ ਸਾਹਿਬ ਦੇ ਸਾਹਮਣੇ ਆਏ ਸਨ ਪਿੰਡ ਦੇ ਵਿੱਚ ਭਾਈ ਸਾਹਿਬ ਦੀ ਗ੍ਰਿਫਤਾਰੀ ਵਾਸਤੇ। ਤੋ ਇਹ ਆਪਾਂ ਜ਼ਿਕਰ ਬਾਕੀ ਸਾਰਾ ਐਤਵਾਰ ਨੂੰ ਕਰਾਂਗੇ। ਆਓ ਪਹਿਲਾ ਮਰਨ ਕਬੂਲ, जीवन की छड़ आस, ओह सबन की रेन का, तो आओ हमारे पास। गुर सिखी बारीक है, खंडे धार गड़ी अत पीड़ी, ओथे टिके न पुनहना, चल न सके ऊपर कीड़ी। वालो निकी आख्या, तेल तेलों ले कुल्लू पीड़ी। आओ पहला मरण कबूल, जीवन की छड़ आस। ਇਹਨਾਂ ਨੂੰ ਤੁਕਾਂ ਪੜ੍ਹ ਕੇ ਸੁਣਾ। ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆ, जीवन की छटिया। पहला मरण कबूल, जीवन की छटिया, जीवन की छटिया। Yeah.